ਤਰੀਏ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਏ ਗੁਰ ਵਿਚਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾ ਰਾਗ ਗੌੜੀ ਦੀਪਕੀ ਮਹਿਲਾ ਪਹਿਲਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ ਦੇਖੈਗਾ ਦੇਵਨਹਾਰ। ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆਂ ਜਿਉ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ ਨਾਨਕ ਸੇ ਦਿਆਵਨ। ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਤੇ ਮੁਕੱਦਸ ਗੋਦ ਅੰਦਰ ਜੁੜ ਬੈਠੇ ਸਰਵੱਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜੋ ਹਰ ਰੋਜ਼ ਇਸ ਪਾਵਨ ਅਸਥਾਨ ਤੇ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੇ ਚਰਨਾਂ ਵਿੱਚੋਂ ਖੁਸ਼ੀਆਂ ਤੇ ਲਾਹੇ ਪ੍ਰਾਪਤ ਕਰ ਰਹੇ ਹੋ। ਉਸ ਧਨ ਨੂੰ ਖੱਟ ਰਹੇ ਹੋ ਜੋ ਧਨ ਇਸ ਸੰਸਾਰ ਲੋਕ ਵਿੱਚ ਹੀ ਨਹੀਂ, ਜੀਵ ਆਤਮਾ ਦੇ ਨਾਲ ਸਰੀਰ ਦੀ ਕਹਾਣੀ ਖਤਮ ਹੋਣ ਤੋਂ ਬਾਅਦ ਪ੍ਰਲੋਕ ਤੱਕ ਵੀ ਨਿਭਦਾ ਹੈ। ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨੂਹਾ ਨਾਮ ਤੇਰੇ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰੇ ਚਲੈ। ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਉਸ ਨਾਮ ਧਨ ਨੂੰ ਗੁਰੂ ਚਰਨਾਂ ਵਿੱਚ ਜੁੜ ਬੈਠ ਹਰ ਰੋਜ਼ ਮਨ ਹਿਰਦੇ ਦੀਆਂ ਝੋਲੀਆਂ ਵਿੱਚ ਇਕੱਤਰ ਕਰਦੇ ਹੋ। ਸਤਿਗੁਰਾਂ ਦੇ ਇਸ ਪਾਵਨ ਅਸਥਾਨ ਤੇ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਸ਼ਬਦ ਵਿਚਾਰ ਦੇ ਤਹਿਤ ਅੱਜ ਸਤਿਗੁਰ ਜੀ ਦੀ ਇੱਕ ਪਾਵਨ ਬਾਣੀ ਸੋਹਿਲਾ ਸਾਹਿਬ ਦੀ ਬਾਣੀ ਦੀ ਪ੍ਰਾਰੰਭਤਾ ਹੋ ਰਹੀ ਹੈ। ਇਹ ਪਾਵਨ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ
12 ਉੱਤੇ ਸੁਭਾਏਮਾਨ ਹੈ। ਔਰ ਇਸ ਬਾਣੀ ਦਾ ਅੱਜ ਜੋ ਪਹਿਲਾ ਸ਼ਬਦ ਹੈ ਉਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਗੌੜੀ ਰਾਗ ਤੇ ਨਾਲ ਇੱਕ ਕਿਸਮ ਦੀਪਕ ਰਾਗ ਦੀ ਮਿਲਾ ਕੇ ਗੌੜੀ ਦੀਪਕੀ ਵਿੱਚ ਸਤਿਗੁਰੂ ਜੀ ਨੇ ਉਚਾਰਨ ਕੀਤਾ। ਆਓ ਇਸ ਪਾਵਨ ਸ਼ਬਦ ਦੀ ਵਿਚਾਰ ਵਿੱਚ ਆਪੋ ਆਪਣੀ ਸੁਰਤ ਜੋੜੀਏ। ਇਸ ਬਾਣੀ ਦਾ ਨਾਮ ਸੋਹਿਲਾ ਹੈ ਤੇ ਗੁਰੂ ਦੇ ਪਿਆਰ ਵਾਲੇ ਨਾਮ ਜਪਣ ਵਾਲੇ ਸਿੱਧਕੀ ਤੇ ਪ੍ਰੇਮੀ ਸਿੱਖ ਇਹਨੂੰ ਅਦਬ ਸਤਕਾਰ ਵਿੱਚ ਕੀਰਤਨ ਸੋਹਿਲਾ ਕਹਿ ਕੇ ਸੰਬੋਧਨ ਕਰਦੇ ਹਨ। ਔਰ ਤੁਸੀਂ ਗੁਟਕਿਆਂ ਵਿੱਚ ਵੀ ਪੋਥੀਆਂ ਵਿੱਚ ਵੀ ਇਸ ਬਾਣੀ ਦਾ ਨਾਮ ਬਹੁਤ ਵਾਰ ਪੜ੍ਹਿਆ ਹੋਏਗਾ, ਕੀਰਤਨ ਸੋਹਿਲਾ। ਗੁਰੂ ਗ੍ਰੰਥ ਸਾਹਿਬ ਜੀ ਦੇ ਤਤਕਰੇ ਵਿੱਚ ਔਰ ਇਸ ਬਾਣੀ ਦੇ ਸਿਰਲੇਖ ਵਿੱਚ ਇਸ ਬਾਣੀ ਦਾ ਨਾਮ ਸਿਰਫ ਸੋਹਿਲਾ ਹੈ, ਪਰ ਗੁਟਕਿਆਂ ਵਿੱਚ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਨਿਤਨੇਮ ਦੀਆਂ ਬਾਣੀਆਂ ਵਿੱਚ ਇਹਦਾ ਨਾਮ ਕੀਰਤਨ ਸੋਹਿਲਾ। ਜਪਣ ਵਾਲੇ ਸਿੱਖ ਜਦੋਂ ਇਸ ਬਾਣੀ ਦਾ ਨਾਮ ਲੈਂਦੇ ਨੇ ਤੇ ਕੀਰਤਨ ਸੋਹਿਲਾ ਕਹਿੰਦੇ ਨੇ। ਕਿਉਂ ਕਹਿੰਦੇ ਨੇ ਉਹ ਵੀ ਆਪਾਂ ਵਿਚਾਰ ਕਰਨੀ ਹੈ। ਆਓ ਜਿੰਨੇ ਸਰੀਰ ਜੁੜ ਬੈਠੇ ਹੋ ਇੱਕ ਵਾਰ ਲਾਓ ਹਾਜ਼ਰੀ ਤੇ ਅਸੀਸ ਬਖਸ਼ੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਦਰ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਰੱਖ ਕੇ ਆਪ ਆਪਣੇ ਚਰਨਾਂ ਕਮਲਾਂ ਵਿੱਚ ਜੋੜ ਸ਼ਬਦ ਵਿਚਾਰ ਆਪ ਕਰਵਾ ਲੈਣ। ਬਖਸ਼ੋ ਸੀਸ ਤੇ ਦੋਵੇਂ ਹੱਥ ਜੋੜ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਸੰਪਾਦਨਾ ਕੀਤੀ ਔਰ ਇੱਕ ਬਹੁਤ ਵੱਡੀ ਬਖਸ਼ਿਸ਼ ਸਤਿਗੁਰੂ ਜੀ ਨੇ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਸਤਿਗੁਰੂ ਜੀ ਦਾ ਇੱਕ ਸ਼ਬਦ ਆਇਆ, ਇਸ ਸੰਸਾਰ ਨੂੰ ਜਨਮਾਂ ਜਨਮੰਤਰਾਂ ਤੋਂ ਸੰਸਾਰ ਦੇ ਜੀਵਾਂ ਨੂੰ ਇੱਕ ਭੁੱਖ ਸਤਾ ਰਹੀ ਸੀ ਔਰ ਉਸ ਭੁੱਖ ਦੀ ਤ੍ਰਿਪਤੀ ਵਾਸਤੇ ਭੋਜਨ ਚਾਹੀਦਾ ਸੀ। ਦੇਖੋ, ਭੋਜਨ ਤੋਂ ਬਗੈਰ ਭੁੱਖ ਨਹੀਂ ਮਿਟੇਗੀ। ਹੁਣ ਉਸ ਭੁੱਖ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮੇਂ ਤੋਂ ਮਹਿਸੂਸ ਕੀਤਾ ਕਿ ਸੰਸਾਰ ਨੂੰ ਇੱਕ ਭੁੱਖ ਵਿਆਪੀ ਹੈ ਔਰ ਜਿਤਨੀ ਦੇਰ ਉਹ ਭੁੱਖ ਹੈ ਭੋਜਨ ਤੋਂ ਬਗੈਰ ਤ੍ਰਿਪਤੀ ਨਹੀਂ ਹੋਏਗੀ। ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹ ਭੁੱਖ ਮਿਟਾਉਣ ਵਾਸਤੇ ਇੱਕ ਭੋਜਨ ਦਾ ਪਰੋਸ ਕੇ ਥਾਲ ਤਿਆਰ ਕੀਤਾ। ਉਸ ਥਾਲ ਵਿੱਚ ਛਕਣ ਵਾਸਤੇ 3 ਵਸਤੂਆਂ ਰੱਖੀਆਂ ਔਰ ਨਾਲ ਸਾਹਿਬ ਜੀ ਨੇ ਇਹ ਬਚਨ ਕਿਹਾ, ਜਿਹੜਾ ਇਸ ਥਾਲ ਵਿੱਚੋਂ ਇਹ 3 ਵਸਤੂਆਂ ਦਾ ਭੋਜਨ ਛਕੇਗਾ ਔਰ ਜਿਹੜਾ ਜੀਵ ਜੋ ਵੀ ਇਨਸਾਨ ਇਸ ਥਾਲ ਵਿੱਚ ਪਰੋਸੇ ਹੋਏ ਭੋਜਨ ਨੂੰ ਛਕਣ ਤੋਂ ਬਾਅਦ ਪਚਾ ਲਏਗਾ, ਦੁਨੀਆ ਦੇ ਲੋਕੋ ਉਹਦੇ ਨਾਲ ਇਸ ਗੱਲ ਦਾ ਵਾਅਦਾ ਰਿਹਾ ਕਿ ਜਨਮਾਂ ਜਨਮੰਤਰਾਂ ਦੀ ਉਸ ਦੀ ਭੁੱਖ ਮਿਟ ਜਾਏਗੀ। ਔਰ ਇਹ ਸੱਚ ਹੈ ਕਿ ਉਹ ਭੋਜਨ ਪਚਣ ਤੋਂ ਬਾਅਦ ਜਿਵੇਂ ਦੁਨਿਆਵੀ ਭੋਜਨ ਜਿਹੜੇ ਪੇਸ਼ੈਂਟ ਨੂੰ ਪਚਣ ਲੱਗ ਜਾਏ ਨਾ, ਡਾਕਟਰ ਕਹਿੰਦਾ ਵੀ ਇਹ ਹੁਣ ਤੰਦਰੁਸਤ ਹੈ, ਇਹਦੇ ਹੁਣ ਰੋਗ ਨਹੀਂ ਰਿਹਾ, ਇਹ ਹੁਣ ਤੰਦਰੁਸਤ ਹੋ ਗਿਆ, ਭੋਜਨ ਪਚਣ ਲੱਗ ਗਿਆ। ਫਿਰ ਡਾਕਟਰ ਇਲਾਜ ਤੋਂ ਬਾਅਦ ਜਦੋਂ ਭੋਜਨ ਪਚਣ ਲੱਗ ਜਾਏ ਥੋੜਾ ਥੋੜਾ ਕਰਕੇ ਉਹ ਵਧਾਉਂਦਾ। ਪਹਿਲਾਂ ਲਿਕੁਇਡ ਦਿਓ, ਫਿਰ ਆਹ ਚੀਜ਼ ਫਰੂਟ ਖਿਲਾਓ, ਜੂਸ ਪਿਲਾਓ, ਫਿਰ ਉਹ ਕਹਿੰਦਾ ਹੁਣ ਇਹਨੂੰ ਜੋ ਮਰਜ਼ੀ ਭੋਜਨ ਛਕਾ ਦਿਓ, ਹੁਣ ਇਹ ਅੰਦਰੋਂ ਇਹਦਾ ਮਿਹਦਾ ਇਹ ਸਭ ਕੁਝ ਠੀਕ ਹੈ, ਲੀਵਰ ਪਚਾਉਣ ਲੱਗ ਗਿਆ, ਹੁਣ ਇਹ ਤੰਦਰੁਸਤ ਹੈ। ਸਾਹਿਬ ਕਹਿੰਦੇ ਭਲਿਆ ਇਸ ਥਾਲ ਵਿੱਚ ਇੱਕ ਭੋਜਨ ਪਰੋਸਿਆ, ਉਹ 3 ਵਸਤੂਆਂ ਜੇ ਤੂੰ ਖਾ ਕੇ ਪਚਾ ਜਾਏ ਤੂੰ ਅਰੋਗ ਹੋ ਜਾਏਗਾ, ਜਨਮਾਂ ਜਨਮੰਤਰਾਂ ਦੇ ਤੇਰੇ ਰੋਗ ਮਿਟ ਜਾਣਗੇ। ਇਹ ਸੱਚ ਹੈ, ਇਸ ਭਵਜਲ ਸਾਗਰ ਤੋਂ ਵੀ ਤੂੰ ਪਾਰ ਲੰਘ ਜਾਏਗਾ। ਮਹਾਰਾਜ ਉਹ ਭੋਜਨ ਕੀ ਹੈ? ਤਾਂ ਸਤਿਗੁਰ ਜੀ ਦਾ ਬਚਨ ਤੁਸੀਂ ਪੜ੍ਹਦੇ ਹੋ, ਇਹਨੂੰ ਚਿੱਤੇ ਕਰਕੇ ਰੋਜ਼ ਸਿੱਖ ਪੜ੍ਹਦਾ। ਮੁੰਦਾਵਣੀ ਮਹੱਲਾ 5। ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ
ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ। ਮਹਾਰਾਜ ਕਹਿੰਦੇ ਇਹ ਤਿੰਨ ਵਸਤੂਆਂ, ਇਹਦੇ ਵਿੱਚ ਸਤ ਵੀ ਹੈ, ਸੰਤੋਖ ਵੀ ਹੈ, ਔਰ ਸਤਿਗੁਰ ਜੀ ਕਹਿੰਦੇ ਅੰਮ੍ਰਿਤ ਨਾਮ ਵੀ ਹੈ। ਇਹ ਤਿੰਨਾਂ ਵਸਤੂਆਂ ਨੂੰ ਜਦੋਂ ਤੂੰ ਪਚਾ ਲਏਗਾ, ਤੇਰੇ ਜੀਵਨ ਵਿੱਚ ਸਤ ਆ ਜਾਏ, ਸੰਤੋਖ ਆ ਜਾਏ, ਅੰਮ੍ਰਿਤ ਵਾਹਿਗੁਰੂ ਜੀ ਦਾ ਨਾਮ ਆ ਜਾਏ, ਔਰ ਤੂੰ ਇਹਨਾਂ ਤੇ ਵਿਚਾਰ ਕਰਕੇ ਇਸ ਭੋਜਨ ਨੂੰ ਛਕ ਲੈ, ਫਿਰ ਸਬਸ ਇੱਕ ਦਾ ਨਹੀਂ, ਦੋ ਦਾ ਨਹੀਂ, ਕਿਸੇ ਇੱਕ ਫਿਰਕੇ ਦਾ ਨਹੀਂ, ਕਿਸੇ ਇੱਕ ਕੌਮ ਦਾ ਨਹੀਂ, ਕਿਸੇ ਇੱਕ ਨਸਲ ਦਾ ਨਹੀਂ। ਸਾਹਿਬ ਕਹਿੰਦੇ ਇਹ ਸਾਰਿਆਂ ਦਾ ਉਧਾਰ ਕਰ ਦੇਗਾ। ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ। ਉੱਥੇ ਸਾਹਿਬ ਕਹਿੰਦੇ ਜੇ ਕੋ ਖਾਵੇ ਜੇ ਕੋ ਪੁੰਚੈ। ਜਿਹੜਾ ਜੇ ਕੋ ਸ਼ਬਦ ਹੈ ਨਾ, ਇਹ ਆਪਣੇ ਆਪ ਵਿੱਚ ਬਹੁਤ ਵੱਡੀ ਵਿਸ਼ਾਲਤਾ ਸਮਾਈ ਬੈਠਾ। ਜੇ ਕੋ ਦਾ ਅਰਥ ਕੱਲੇ ਸਿੱਖ ਨਹੀਂ, ਜੇ ਕੋ ਦਾ ਅਰਥ ਕੱਲਾ ਅੰਮ੍ਰਿਤਧਾਰੀ ਸਿੰਘ ਨਹੀਂ, ਜੇ ਕੋ ਦਾ ਅਰਥ ਕੱਲਾ ਇੱਕ ਕੋਈ ਧਰਮ, ਇੱਕ ਮਜ਼ਹਬ, ਕੋਈ ਫਿਰਕਾ ਨਹੀਂ। ਜੇ ਕੋ ਦਾ ਅਰਥ ਹੈ ਜੋ ਵੀ ਕੋਈ ਇਨਸਾਨ ਇਸ ਨਾਮ ਨੂੰ ਜਪ ਲਏਗਾ, ਸਤ ਸੰਤੋਖ ਦੇ ਭੋਜਨ ਨੂੰ ਪਚਾਉਣ ਲੱਗ ਜਾਏਗਾ, ਭਲਿਓ ਇਹ ਸੱਚ ਹੈ, ਉਹਦਾ ਉਧਾਰ ਡੈਫੀਨਿਟ ਹੋਏਗਾ। ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਉਸ ਦਾ ਉਧਾਰ ਜ਼ਰੂਰ ਹੋਏਗਾ ਜੋ ਕੋਈ ਵੀ ਛਕੇਗਾ। ਜਦੋਂ ਜਪਜੀ ਸਾਹਿਬ ਸਮਾਪਤ ਹੋਇਆ ਨਾ, ਸ਼ਲੋਕ ਦੀ ਆਖਰੀ ਪੰਕਤੀ ਤੁਸੀਂ ਪੜ੍ਹੀ ਹੋਏਗੀ, ਰੋਜ਼ ਸਿੱਖ ਪੜ੍ਹਦਾ, ਉੱਥੇ ਸਤਿਗੁਰ ਜੀ ਨੇ ਇੱਕ ਸ਼ਬਦ ਯੂਜ਼ ਕੀਤਾ ਜਿਹਦੇ ਵਿੱਚ ਇੰਨੀ ਵਿਸ਼ਾਲਤਾ ਭਰ ਦਿੱਤੀ, ਜਿਹੜੀ ਅੱਜ ਗੱਲ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜੇ ਕੋ ਖਾਵੇ ਇਸ ਮੁਲਾਵਣੀ ਵਿੱਚ, ਤਾਂ ਉੱਥੇ ਗੁਰੂ ਨਾਨਕ ਸਾਹਿਬ ਸ਼ਲੋਕ ਵਿੱਚ ਅਖੀਰ ਤੇ ਕਹਿੰਦੇ ਜਿਨੀ ਨਾਮ ਧਿਆਇਆ। ਇਹ ਨਹੀਂ ਕਿ ਸਿੱਖਾਂ ਨੇ, ਇਹ ਨਹੀਂ ਕਿਸੇ ਅੰਮ੍ਰਿਤਧਾਰੀ ਨੇ, ਇਹ ਗੱਲ ਨਹੀਂ ਕਿ ਗੁਰੂ ਨਾਨਕ ਦੀ ਸਿੱਖਿਆ ਧਾਰਨ ਕਰਨ ਵਾਲੇ ਨੇ, ਇਹ ਨਹੀਂ ਗੁਰੂ ਨਾਨਕ ਸਾਹਿਬ ਦੀ ਚਰਨ ਪੌਲ ਲੈਣ ਵਾਲੇ ਨੇ। ਸਾਹਿਬ ਨੇ ਕਿਹਾ ਨਹੀਂ, ਸੰਸਾਰ ਦੇ ਲੋਕੋ ਜਿਨੀ ਨਾਮ ਧਿਆਇਆ। ਕਿਸੇ ਵੀ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਨਾਮ ਕਿਸੇ ਵੀ ਜੀਵ ਨੇ ਕਿਸੇ ਵੀ ਤਰੀਕੇ ਨਾਲ ਜਪੇ, ਉਹ ਭਾਵੇਂ ਕਿਸੇ ਮਤ ਮਜ਼ਹਬ ਧਰਮ ਵਿੱਚ ਹੈ, ਉਹ ਕੋਈ ਵੀ ਜੀਵ ਹੈ, ਸਾਹਿਬ ਕਹਿੰਦੇ ਉਹਦਾ ਉਧਾਰ ਜ਼ਰੂਰ ਹੋਏਗਾ। ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹਨੂੰ ਗੁਰੂ ਅਰਜਨ ਸਾਹਿਬ ਕਹਿਣਗੇ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਕੱਲਾ ਸਿੱਖਾਂ ਦੇ ਨਹੀਂ, ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ। ਹਰ ਗੁਰ ਪੂਰਾ ਆਰਾਧਿਆ ਦਰਗਾ ਸੱਚ ਖਰੇ। ਸਾਹਿਬ ਕਹਿੰਦੇ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰੱਖੇ ਔਰ ਧਾਰੋ। ਸਾਹਿਬ ਕਹਿੰਦੇ ਇਹ ਵਸਤੂ ਜੋ ਤੈਨੂੰ ਨਾਮ ਵਿੱਚੋਂ, ਸਤ ਵਿੱਚੋਂ, ਸੰਤੋਖ ਵਿੱਚੋਂ, ਵਿਚਾਰ ਵਿੱਚੋਂ ਪ੍ਰਾਪਤ ਹੋਣੀ ਹੈ, ਭਲਿਆ ਇਹ ਵਸਤੂ ਤੇਰੇ ਕੋਲੋਂ ਕੋਈ ਖੋ ਨਹੀਂ ਸਕੇਗਾ। ਇਹ ਵਸਤੂ ਗੁਰੂ ਦਾ ਉਹ ਬਚਨ ਹੈ ਜਿਹੜੀ ਤੇਰੇ ਕੋਲੋਂ ਕੋਈ ਛੁਡਾ ਨਹੀਂ ਸਕੇਗਾ, ਖੋ ਨਹੀਂ ਸਕੇਗਾ। ਇਹ ਉਹ ਬਚਨ ਹੈ ਜਿਹਨੂੰ ਸਾਹਿਬ ਬਾਣੀ ਅੰਦਰ ਕਹਿਣਗੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਪਹ ਨਾ ਸਕੈ ਜਲੇ ਗੁਰ ਕਾ ਬਚਨ ਵਸੈ ਜੀ ਨਾਲੇ। ਇਹ ਵਸਤ ਤਜੀ ਨਹ ਜਾਈ ਨਿਤ ਨਿਤ ਰੱਖੋ ਧਾਰੋ। ਅੱਗੇ ਸਾਹਿਬ ਕਹਿੰਦੇ ਤਮ ਸੰਸਾਰ। ਸੰਸਾਰ ਇੱਕ ਹਨੇਰੇ ਨਾਲ ਭਰਿਆ ਅਗਿਆਨਤਾ ਦਾ ਹਨੇਰਾ ਹੈ। ਸੰਸਾਰ ਅੰਧਕਾਰ ਨਾਲ ਭਰਿਆ ਪਿਆ। ਸੰਸਾਰ ਅੰਧਕਾਰ ਵਿੱਚ ਜਿਉਂਦਾ ਹੈ, ਅਗਿਆਨਤਾ ਵਿੱਚ ਜਿਉਂਦਾ ਹੈ। ਤੇ ਸਾਹਿਬ ਕਹਿੰਦੇ ਇਸ ਹਨੇਰੇ ਵਿੱਚ ਗੁਰੂ ਨਾਨਕ ਦੇ ਘਰ ਤੋਂ ਤੈਨੂੰ ਚਾਨਣ ਮਿਲੇਗਾ। ਇਸ ਹਨੇਰੇ ਵਿੱਚ ਤੈਨੂੰ ਸੰਤੋਖ ਵਿੱਚੋਂ, ਸਤ ਵਿੱਚੋਂ, ਵਿਚਾਰ ਵਿੱਚੋਂ, ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਵਿੱਚੋਂ ਤੈਨੂੰ ਚਾਨਣ ਪ੍ਰਾਪਤ ਹੋਏਗਾ। ਅੰਧਕਾਰ ਵਿੱਚ ਚੋਟ ਲੱਗਦੀ ਬੰਦਾ ਡਿੱਗਦਾ ਹੈ, ਹਨੇਰੇ ਵਿੱਚ ਹਰ ਚੀਜ਼ ਬੰਦੇ ਨੂੰ ਭੈ ਦਿੰਦੀ ਹੈ। ਤੁਸੀਂ ਘਰ ਵਿੱਚ ਪ੍ਰਵੇਸ਼ ਕਰੋ ਤੇ ਹਨੇਰਾ ਬੰਦੇ ਨੂੰ ਆਪਣੇ ਘਰ ਵਿੱਚ ਵੀ ਡਰਾਉਂਦਾ ਹੈ। ਹਨੇਰੇ ਵਿੱਚ ਜਿਹੜੇ ਘਰ ਵਿੱਚ ਤੁਸੀਂ 20 ਸਾਲ ਤੋਂ ਰਹਿ ਰਹੇ ਹੋ, ਹਨੇਰਾ ਪੈ ਜਾਏ ਉਸ ਘਰ ਵਿੱਚ ਵੀ ਬੰਦੇ ਨੂੰ ਠੋਕਰ ਲੱਗ ਜਾਂਦੀ ਜਿਹੜੇ ਘਰ ਵਿੱਚ 20 ਸਾਲ ਤੋਂ ਰਹਿੰਦੇ। ਸਾਹਿਬ ਕਹਿੰਦੇ ਅੰਧਕਾਰ ਠੋਕਰ ਦਿੰਦਾ ਹੈ,
ਅੰਧਕਾਰ ਤੈਨੂੰ ਰਸਤੇ ਤੋਂ ਛਡਕਾ ਦੇਗਾ, ਅੰਧਕਾਰ ਤੈਨੂੰ ਵਿਕਾਰਾਂ ਦਾ ਭੈ ਦੇਵੇਗਾ, ਅੰਧਕਾਰ ਅਗਿਆਨਤਾ ਵਿੱਚ ਜੀਣ ਵਾਲਿਆ ਤੈਨੂੰ ਜਮਾਂ ਦਾ ਡਰ ਲੱਗੇਗਾ, ਮੌਤ ਦਾ ਡਰ ਵਿਆਪੇਗਾ, ਦੁੱਖ ਰੋਗ ਦਾ ਡਰ ਵਿਆਪੇਗਾ, ਤੇ ਗੁਰੂ ਦਾ ਸ਼ਬਦ ਚਾਨਣ ਤੇਰੀ ਜ਼ਿੰਦਗੀ ਵਿੱਚੋਂ ਹਨੇਰਾ ਮਿਟਾ ਦੇਗਾ, ਭੈ ਵੀ ਮਿਟ ਜਾਣਗੇ ਤੇ ਭਰਮ ਵੀ ਮਿਟ ਜਾਣਗੇ। ਤਮ ਸੰਸਾਰ ਮਹਾਰਾਜ ਕਿਵੇਂ ਤਰੀਏ? ਫਿਰ ਕਹਿੰਦੇ ਨਾਮ ਦੇ ਚਾਨਣ ਨਾਲ। ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੁਖ ਆ ਚੁੱਕਾ ਜਮ ਸਿਓ ਮੇਲ, ਤਮ ਸੰਸਾਰ ਚਰਨ ਲਗ ਤਰੀਏ। ਵਾਹਿਗੁਰੂ ਜੀ ਦੇ ਨਾਮ ਚਰਨ ਨਾਲ ਜੁੜ ਕੇ, ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਤਮ ਸੰਸਾਰ ਚਰਨ ਲਗ ਤਰੀਏ। ਤੇ ਮਹਾਰਾਜ ਕਹਿੰਦੇ ਫਿਰ ਤਰਨ ਵਾਲੇ ਜਿਨ੍ਹਾਂ ਦੇ ਜੀਵਨ ਵਿੱਚ ਚਾਨਣ ਆ ਗਿਆ, ਜਿਨ੍ਹਾਂ ਦੇ ਜੀਵਨ ਵਿੱਚ ਸਤ ਸੰਤੋਖ ਵਿਚਾਰ ਤੇ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਆਇਆ, ਉਹ ਬੰਦੇ ਚਾਨਣ ਵਿੱਚ ਚਲੇ ਗਏ। ਤੇ ਚਾਨਣ ਵਿੱਚ ਗਿਆਨ ਵਿੱਚ ਚੱਲਣ ਵਾਲਿਆਂ ਨੂੰ ਠੋਕਰ ਨਹੀਂ ਵੱਜੀ, ਗਿਆਨ ਵਿੱਚ ਚੱਲਣ ਵਾਲਿਆਂ ਨੂੰ ਭੈ ਨਹੀਂ ਲੱਗਾ, ਗਿਆਨ ਵਿੱਚ ਚੱਲਣ ਵਾਲੇ ਰਸਤੇ ਤੋਂ ਨਹੀਂ ਗੁਆਚੇ। ਗਿਆਨ ਵਿੱਚ ਚੱਲਣ ਵਾਲਿਆਂ ਨੇ ਇੱਕ ਗੱਲ ਹੋਰ ਕਹੀ, ਉਹ ਗਿਆਨ ਵਿੱਚ ਚੱਲਣ ਵਾਲਾ ਕਦੇ ਵਿਤਕਰਾ ਕਰਕੇ ਨਹੀਂ ਚੱਲੇਗਾ, ਉਹ ਕਹੇਗਾ ਸਭ ਨਾਨਕ ਬ੍ਰਹਮ ਪਸਾਰੋ। ਇਹ ਸਾਰਾ ਹੀ ਪਸਾਰਾ ਇੱਕ ਅਕਾਲ ਪੁਰਖ ਬ੍ਰਹਮ ਪਰਮਾਤਮਾ ਦਾ ਹੈ। ਤੁਸੀਂ ਕਹੋਗੇ ਵਿਚਾਰ ਸੋਹਿਲਾ ਸਾਹਿਬ ਦੀ ਸ਼ੁਰੂ ਹੋਣ ਲੱਗੀ ਤੇ ਵਿਚਾਰ ਆਪਾਂ ਮੁੰਦਾਵਣੀ ਦੀ ਰੱਖ ਲਈ। ਸੋਹਿਲਾ ਸਾਹਿਬ ਦੀ ਬਾਣੀ ਗੁਰੂ ਨਾਨਕ ਨਾਮ ਲੇਵਾ ਸਿੱਖਾਂ ਲਈ ਇੱਕ ਨਿਤਨੇਮ ਦੀ ਬਾਣੀ ਹੈ, ਜਿਹਨੂੰ ਸਾਹਿਬ ਮੁੰਦਾਵਣੀ ਵਿੱਚ ਕਹਿੰਦੇ ਨਿਤ ਨਿਤ ਰੱਖ ਉਰ ਧਾਰੋ। ਆਪਣੇ ਹਿਰਦੇ ਵਿੱਚ ਨਿਤ ਨਿਤ ਹਰ ਰੋਜ਼ ਇਸ ਬਚਨ ਨੂੰ ਧਾਰਨ ਕਰ। ਨਿਤ ਨਿਤ ਦਾ ਅਰਥ ਹੈ ਨਿਤ ਦਾ ਨੇਮ। ਉਹ ਸਿੱਖਾ ਰੋਜ਼ ਦੇ ਨੇਮ ਵਿੱਚ ਇਸ ਬਾਣੀ ਨੂੰ ਸ਼ਾਮਲ ਕਰ, ਤੇਰੇ ਜੀਵਨ ਵਿੱਚ ਅੰਧਕਾਰ ਨਹੀਂ ਰਹੇਗਾ। ਸੋਹਿਲੇ ਦਾ ਅਰਥ ਖੁਸ਼ੀ ਹੋਏਗਾ, ਤੇਰੇ ਜੀਵਨ ਵਿੱਚ ਆਨੰਦ ਤੇ ਖੁਸ਼ੀ ਬਣ ਜਾਏਗੀ। ਤੇਰੇ ਜੀਵਨ ਵਿੱਚ ਅੰਧਕਾਰ ਨਹੀਂ ਆਏਗਾ, ਤੇਰੇ ਜੀਵਨ ਵਿੱਚ ਤੈਨੂੰ ਠੋਕਰ ਨਹੀਂ ਵੱਜੇਗੀ, ਤੇਰੇ ਜੀਵਨ ਵਿੱਚ ਤੂੰ ਰਸਤੇ ਤੋਂ ਨਹੀਂ ਭਟਕੇਗਾ। ਕਦੋਂ? ਜਦੋਂ ਗੁਰੂ ਦੇ ਸ਼ਬਦ ਦਾ ਚਾਨਣ ਤੈਨੂੰ ਮਿਲ ਗਿਆ। ਇਹ ਨਿਤ ਦੇ ਨੇਮ ਵਿੱਚ ਬਾਣੀ ਸ਼ਾਮਲ ਕਰਨੀ ਆ। ਮਾਫ ਕਰਿਓ, ਕਈ ਵਾਰ ਸਾਡਾ ਸਵਾਲ ਹੁੰਦਾ ਕਿ ਨਿਤਨੇਮ ਰੋਜ਼ ਕਿਉਂ ਕਰਨਾ ਜੀ? ਰੋਜ਼ ਹੀ ਸੋਹਲਾ ਸਾਹਿਬ ਕਿਉਂ? ਰੋਜ਼ ਹੀ ਜਪਜੀ ਸਾਹਿਬ ਕਿਉਂ? ਮਾਫ ਕਰਿਓ, ਤੁਸੀਂ ਭਾਗਾਂ ਵਾਲੇ ਬੈਠੇ ਹੋਵੋਗੇ ਜਿਨ੍ਹਾਂ ਦਾ ਨਿਤਨੇਮ ਮੇਰੇ ਗੁਰੂ ਨੇ ਤਰੁੱਠ ਕੇ ਬਣਾਇਆ। ਜਿੱਤੇ ਸਤਿਗੁਰੂ ਪ੍ਰਸੰਨ ਹੁੰਦੇ ਨੇ, ਪਹਿਲੀ ਕਿਰਪਾ ਉਸ ਸਿੱਖ ਨੂੰ ਮੇਰਾ ਸਤਿਗੁਰੂ ਨਿਤਨੇਮ ਦਿੰਦਾ ਹੈ। ਜਿਹਦੇ ਉੱਤੇ ਸਤਿਗੁਰੂ ਤਰੁੱਠ ਕੇ ਪ੍ਰਸੰਨ ਹੋਣ, ਉਹ ਨਿਤ ਦੇ ਨੇਮ ਵਿੱਚ ਅੰਮ੍ਰਿਤ ਵੇਲੇ ਉੱਠਣ ਲੱਗਦਾ ਹੈ, ਨਿਤ ਦੇ ਨੇਮ ਵਿੱਚ ਅੰਮ੍ਰਿਤ ਵੇਲੇ ਬਾਣੀ ਪੜ੍ਹਦਾ ਹੈ। ਜਿਹੜੇ ਸਿੱਖ ਉੱਤੇ ਸਤਿਗੁਰੂ ਹੋਰ ਪ੍ਰਸੰਨ ਹੋ ਜਾਣ, ਉਹ ਕੱਲਾ ਨਿਤ ਨੇਮ ਦੀ ਬਾਣੀ ਨਹੀਂ ਉਹ ਪੜ੍ਹਦਾ, ਕੱਲਾ ਅੰਮ੍ਰਿਤ ਵੇਲੇ ਜਾਗਦਾ ਨਹੀਂ, ਉਹ ਸੰਗਤ ਵਿੱਚ ਜੁੜਦਾ ਵੀ ਹੈ ਤੇ ਨਿਤ ਨੇਮ ਦੀ ਬਾਣੀ ਦੇ ਅਰਥ ਉਹਨੂੰ ਸਮਝ ਆਉਣ ਲੱਗ ਜਾਂਦੇ। ਜਿਹਨੂੰ ਅਰਥ ਸਮਝਣ ਆਉਣ ਲੱਗ ਜਾਣ, ਸਤਿਗੁਰ ਜੀ ਹੋਰ ਪ੍ਰਸੰਨ ਹੋ ਗਏ। ਤੇ ਸਿੱਖੋ, ਅਰਥ ਸਮਝਦਿਆਂ ਸਮਝਦਿਆਂ ਜਿੱਤੇ ਮੇਰਾ ਸਤਿਗੁਰੂ ਸਭ ਬਖਸ਼ਿਸ਼ਾਂ ਦੋਵੇਂ ਹੱਥਾਂ ਦੀਆਂ ਬਖਸ਼ਿਸ਼ਾਂ ਕਰ ਦੇਣ, ਇੰਜ ਸਮਝ ਲਿਓ ਜਿਹਨੂੰ ਨਿਤਨੇਮ ਕਰਦਿਆਂ ਅਰਥ ਸਮਝ ਆਉਂਦਿਆਂ ਵਿਰਾਗ ਬਣਨ ਲੱਗ ਜਾਏ, ਪ੍ਰੇਮ ਪੈਦਾ ਹੋਣ ਲੱਗ ਜਾਏ, ਮੇਰੇ ਸਤਿਗੁਰ ਦੀ ਕਨੇਰੀ ਨਜ਼ਰ ਤੁਹਾਡੇ ਤੇ ਹੋ ਗਈ। ਭਾਗਾਂ ਵਾਲੇ ਹੋ। ਨਿਤਨੇਮ ਕਰਨਾ ਕਿਉਂ ਜ਼ਰੂਰੀ ਹੈ? ਇੱਕ ਬੇਨਤੀ ਇੱਥੇ ਪਿਆਰ ਨਾਲ ਇੱਕ ਖਿੰਨ ਵਾਸਤੇ ਮੈਂ ਰੁਕ ਕੇ ਕਰਾਂ। ਮਨੁੱਖ ਦੀ ਜ਼ਿੰਦਗੀ ਨਿਤਨੇਮ ਤੋਂ ਬਗੈਰ ਸਫਲ ਨਹੀਂ ਹੋ ਸਕਦੀ। ਬਾਣੀ ਦੇ ਨਿਤਨੇਮ ਨੂੰ ਅਲੱਗ ਰੱਖ ਦਿਓ। ਕੋਈ ਵੀ ਇਨਸਾਨ ਇਹ ਗੱਲ ਕਵੇ ਕਿ ਮੇਰੀ ਜ਼ਿੰਦਗੀ ਚੱਲ ਰਹੀ ਹੈ ਪਰ ਮੈਂ ਨਿਤਨੇਮ ਨਹੀਂ ਕਰਦਾ, ਨਿਤਨੇਮ ਤੋਂ ਬਗੈਰ ਜ਼ਿੰਦਗੀ ਚੱਲ ਹੀ ਨਹੀਂ ਸਕਦੀ। ਹਰ ਇਨਸਾਨ ਦਾ ਜੀਵਨ ਨਿਤ ਦੇ ਨੇਮ ਤੇ ਖੜਾ ਹੈ, ਨਿਤ ਦੇ ਨੇਮ ਤੇ। ਨਿਤ ਦੇ ਨੇਮ ਤੋਂ ਬਗੈਰ ਆ ਸਰੀਰ ਜੀਵਤ ਨਹੀਂ ਰਹਿ ਸਕਦਾ। ਨਿਤ ਦੇ ਨੇਮ ਤੋਂ ਬਗੈਰ ਬੰਦਿਆ ਤੇਰਾ ਜੀਵਨ ਅਸਤ ਵਿਅਸਤ ਹੋ ਜਾਏਗਾ। ਨਿਤ ਦੇ ਨੇਮ ਤੋਂ ਬਗੈਰ ਤੂੰ ਦੁਨੀਆ ਵਿੱਚ ਸਫਲ ਨਹੀਂ ਹੋ ਸਕਦਾ। ਨਿਤ ਦੇ ਨੇਮ ਤੋਂ ਬਗੈਰ ਤੈਨੂੰ ਕਾਮਯਾਬੀ ਨਹੀਂ ਮਿਲ ਸਕਦੀ। ਕਿਵੇਂ? ਕਿ ਹਰ ਰੋਜ਼ ਉੱਠ ਕੇ ਭੋਜਨ ਆਪਾਂ ਨਹੀਂ ਖਾਂਦੇ, ਭੋਜਨ ਖਾਣਾ ਨਿਤਨੇਮ ਹੈ। ਤੂੰ ਹਰ ਰੋਜ਼ ਨਾਸ਼ਤਾ ਕਰਦਾ ਤੇ ਤੇਰਾ ਇਹ ਸਵਾਲ ਨਹੀਂ ਹੁੰਦਾ ਕਿ ਕੱਲ ਨਾਸ਼ਤਾ ਕੀਤਾ, ਅੱਜ ਕੀ ਲੋੜ ਹੈ, ਅਗਲੇ ਦਿਨ ਫਿਰ ਤੋਂ ਨਾਸ਼ਤਾ ਕਰਦਾ। ਰੋਜ਼ ਭੋਜਨ ਖਾਣ ਵਾਲਿਆ, ਭੋਜਨ ਨਿਤਨੇਮ ਹੈ। ਜੇ ਨਹੀਂ ਖਾਏਗਾ ਸਰੀਰ ਜੀਵਤ ਨਹੀਂ ਰਹੇਗਾ।
ਰੋਜ਼ ਉੱਠ ਕੇ ਸਰੀਰ ਨੂੰ ਸਵਸਥ ਕਰਨ ਲਈ ਇਸ਼ਨਾਨ ਕਰਦੇ ਹੋ, ਨਿਤ ਦਾ ਨੇਮ ਹੈ। ਰੋਜ਼ ਉੱਠ ਕੇ ਨੌਕਰੀ ਤੇ ਜਾਂਦੇ ਹੋ, ਨਿਤ ਦਾ ਨੇਮ ਹੈ। ਹਰ ਰੋਜ਼ ਉੱਠ ਕੇ ਆਪਣੇ ਕੰਮ ਤੇ ਜਾਂਦੇ, ਇਹ ਤੇਰਾ ਨਿਤ ਦਾ ਨੇਮ ਹੈ। ਨਹੀਂ ਜਾਏਗਾ ਤੇ ਜੀਵਨ ਅਸਤ ਵਿਅਸਤ ਹੋ ਜਾਏਗਾ। ਕਿਹੜਾ ਕੰਮ ਹੈ ਜਿਹੜਾ ਨੇਮ ਤੋਂ ਬਗੈਰ ਕਰ ਰਹੇ ਹੈ? ਕਿ ਨਿਤ ਆਪਣੇ ਘਰ ਨੂੰ ਨਹੀਂ ਪਰਤਦਾ, ਕਿ ਨਿਤ ਤੂੰ ਨੀਂਦ ਸੌਣ ਵਾਸਤੇ ਨਹੀਂ ਸੌਂਦਾ, ਕਿ ਨਿਤ ਤੂੰ ਭੋਜਨ ਨਹੀਂ ਖਾਂਦਾ। ਉਹ ਭਲਿਆ, ਜੇ ਰੋਜ਼ ਭੋਜਨ ਕਰਨਾ ਜ਼ਰੂਰੀ ਹੈ, ਨੌਕਰੀ ਤੇ ਜਾਣਾ ਜ਼ਰੂਰੀ ਹੈ, ਰੋਜ਼ ਤੇਰਾ ਘਰ ਵਿੱਚ ਸੌਣਾ ਕੁਝ ਘੰਟੇ ਜ਼ਰੂਰੀ ਹੈ, ਤੇ ਭਲਿਆ ਗੁਰੂ ਦਾ ਸ਼ਬਦ ਜਪਣਾ, ਨਾਮ ਜਪਣਾ, ਬਾਣੀ ਪੜ੍ਹਨੀ ਵੀ ਨੇਮ ਹੈ। ਜਿਹੜੇ ਸਿੱਖ ਰੱਬ ਦੇ ਨਾਮ ਨੂੰ ਆਪਣੇ ਨੇਮ ਵਿੱਚ ਸ਼ਾਮਲ ਕਰ ਲੈਂਦੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਪ੍ਰੇਮ ਬਣ ਜਾਂਦਾ ਹੈ। ਤੇ ਜਿਨ੍ਹਾਂ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਬਣ ਜਾਏ, ਉਹਨਾਂ ਦਾ ਲੋਕ ਵੀ ਸੁਖੀ ਤੇ ਪਰਲੋਕ ਵੀ ਸੁਹੇਲਾ ਹੋ ਜਾਂਦਾ। ਬੇਨਤੀ ਸੁਣਿਓ ਪਿਆਰ ਨਾਲ, ਤੂੰ ਆਪਣੇ ਨਿਤ ਦੇ ਨੇਮ ਵਿੱਚ ਸਭ ਕੁਝ ਸ਼ਾਮਲ ਕੀਤਾ ਹੈ। ਇੰਨੇ ਵਜੇ ਉੱਠਣਾ ਹੈ, ਇੰਨੇ ਵਜੇ ਇਸ਼ਨਾਨ, ਇੰਨੇ ਵਜੇ ਨੌਕਰੀ ਤੇ ਪਹੁੰਚਣਾ ਹੈ। ਤੇਰੀ ਨੌਕਰੀ ਦਾ ਵੀ ਨੇਮ ਹੈ। ਜਿੱਥੇ ਤੂੰ ਜੌਬ ਕਰਦਾ ਉਨੀ ਬਕਾਇਦਾ ਟਾਈਮ ਦਿੱਤਾ। ਤੁਸੀਂ ਵੱਡੇ ਵੱਡੀਆਂ ਫੈਕਟਰੀਆਂ ਵਿੱਚ ਜਾਂ ਹੋਰ ਥਾਵਾਂ ਤੇ ਆਫਿਸ ਵਿੱਚ ਜੌਬ ਕਰੋ, ਉੱਥੇ ਕਾਰਡ ਪੰਚ ਕਰਨਾ ਪੈਂਦਾ ਹੈ। 8 ਵਜੇ ਤੋਂ 5 ਮਿੰਟ ਵੀ ਜੌਬ ਵਾਲਾ ਲੇਟ ਹੋ ਜਾਏ, ਉਹਦੀ ਅੱਧੀ ਦਿਹਾੜੀ ਦੀ ਤਨਖਾਹ ਕੱਟ ਦਿੰਦੇ ਨੇ। ਨਿਤ ਦਾ ਨੇਮ ਹੈ। ਨੌਕਰੀ ਤੋਂ ਸਸਪੈਂਡ ਨਾ ਹੋ ਜਾਏ, ਤੂੰ ਡਰ ਵਿੱਚ ਨੇਮ ਨਿਭਾਈ ਜਾਂਦਾ। ਕੰਮ ਛੱਡ ਦਿੱਤਾ ਤੇ ਘਰ ਕਿਵੇਂ ਚੱਲੇਗਾ? ਨਿਤ ਦਾ ਨੇਮ ਕੰਮ ਕਰੀ ਜਾਂਦਾ। ਭੋਜਨ ਨਹੀਂ ਛਕੇਗਾ ਤੇ ਸਰੀਰ ਕਿਵੇਂ ਚੱਲੇਗਾ? ਡਰ ਵਿੱਚ ਨੇਮ ਕਰ ਰਹੇ ਹੈ। ਉਹ ਭਲਿਆ, ਇਹ ਵੀ ਮਨ ਵਿੱਚ ਡਰ ਰੱਖ, ਵਾਹਿਗੁਰੂ ਜੀ ਦਾ ਨਾਮ ਨਹੀਂ ਜਪੇਗਾ ਤੇ ਜਮਾਂ ਦੇ ਵਸ ਪੈ ਜਾਏਗਾ। ਚਿੱਤ ਜੋੜ ਕੇ ਫਿਰ ਨੇਮ ਨਿਭਾ ਕੇ ਕਹਿ ਸਤਨਾਮ ਸ੍ਰੀ। ਇਹ ਤੈਨੂੰ ਨੇਮ ਕਰਨਾ ਪੈਣਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨੇਮ ਦੇ ਦਿੱਤਾ ਸੀ ਸਿੱਖਾਂ ਨੂੰ। ਸਿੱਖੋ ਨਿਤ ਦਾ ਨੇਮ ਕਰਿਓ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਿਹਾ, ਕਹਿੰਦੇ ਸੋਦਰ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪੋ ਚਾਰਾ। ਕਰਤਾਰਪੁਰ ਸਾਹਿਬ ਦੀ ਧਰਤੀ ਤੇ ਇਹ ਨੇਮ ਸਿੱਖਾਂ ਨੂੰ ਦਿੱਤਾ। ਸਿੱਖੋ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਪੜਿਓ, ਸ਼ਾਮਾਂ ਵੇਲੇ ਸੋਦਰ ਤੇ ਆਰਤੀ ਦਾ ਸ਼ਬਦ ਪੜਿਓ। ਇਹ ਤੁਹਾਡਾ ਰੋਜ਼ ਦਾ ਨੇਮ ਹੈ। ਸੋਦਰ ਆਰਤੀ ਗਾਵੀ ਹੈ, ਅੰਮ੍ਰਿਤ ਵੇਲੇ ਜਾਪੋ ਚਾਰਾ। ਇਹ ਤੁਹਾਡਾ ਰੋਜ਼ ਦਾ ਨੇਮ ਹੋਏਗਾ। ਹੁਣ ਧਿਆਨ ਦਿਓ, ਨਿਤਨੇਮ ਕਰਨਾ ਕਿੰਨਾ ਕੁ ਜ਼ਰੂਰੀ ਹੈ। ਇੱਕ ਛੋਟੀ ਜਿਹੀ ਗੱਲ ਕਹਿ ਕੇ ਆਪਾਂ ਅਰਥਾਂ ਵੱਲ ਆਈਏ। ਸਿਰਫ ਇਹ ਮੈਂ ਸਮਝਣ ਵਾਸਤੇ ਬੇਨਤੀ ਕਰਨ ਲੱਗਾ, ਇਹਨੂੰ ਹਕੀਕਤ ਨਾ ਸਮਝਿਓ। ਕੁਝ ਉਦਾਹਰਨਾਂ, ਕੁਝ ਕਹਾਣੀਆਂ ਇਸ ਲਈ ਲਈਆਂ ਜਾਂਦੀਆਂ ਨੇ ਕਿ ਉਹਦੇ ਵਿੱਚੋਂ ਤੱਤ ਭਾਵ ਸਮਝਣਾ ਹੈ। ਅਦਰਵਾਈਜ਼ ਉਸ ਕਹਾਣੀ ਦਾ ਕੋਈ ਮੂਲ ਨਹੀਂ ਹੁੰਦਾ। ਤੁਸੀਂ ਛੋਟੇ ਹੁੰਦਿਆਂ ਸਕੂਲ ਦੀਆਂ ਕਿਤਾਬਾਂ ਵਿੱਚ ਇੱਕ ਕਹਾਣੀ ਪੜ੍ਹਦੇ ਹੋ, ਉਹਦਾ ਸਾਰ ਅੰਸ਼ ਸੀ ਏਕਤਾ ਵਿੱਚ ਬਲ ਹੈ। ਤੇ ਜਿਹੜੀ ਉਹ ਕਹਾਣੀ ਲਿਖਣ ਵਾਲੇ ਨੇ ਬੱਚਿਆਂ ਨੂੰ ਸਕੂਲ ਵਿੱਚ ਪੜ੍ਹਾਈ, ਤੁਸੀਂ ਵੀ ਪੜ੍ਹੀ, ਮੈਂ ਵੀ ਪੜ੍ਹੀ। ਇੱਕ ਕਿਸਾਨ ਦੇ ਇੰਨੇ ਪੁੱਤਰ ਸੀ, ਉਹ ਆਪਸ ਵਿੱਚ ਲੜਦੇ ਰਹਿੰਦੇ ਸੀ, ਚਾਰੇ ਜਣੇ ਝਗੜਦੇ ਰਹਿੰਦੇ ਸੀ। ਉਹਨੇ ਇੱਕ ਦਿਨ ਲੱਕੜਾਂ ਲਿਆਂਦੀਆਂ, ਲੱਕੜਾਂ ਲਿਆ ਕੇ ਉਹਨੇ ਇੱਕ ਇੱਕ ਕਰਕੇ ਤੋੜਨ ਨੂੰ ਕਿਹਾ, ਸਭ ਟੁੱਟ ਗਈਆਂ। ਫਿਰ ਉਹਨੇ ਇੱਕ ਗੱਠਾ ਇਕੱਠੀਆਂ ਲੱਕੜਾਂ ਰੱਖੀਆਂ, ਉਹ ਕਹਿੰਦਾ ਸਾਰੀਆਂ ਤੋੜੋ ਤੇ ਨਾ ਟੁੱਟੀਆਂ। ਉਹਨੇ ਆਪਣੇ ਬੱਚਿਆਂ ਨੂੰ ਉਪਦੇਸ਼ ਦਿੱਤਾ, ਬੇਟਾ ਇਕੱਠੇ ਰਿਹਾ ਕਰੋ, ਏਕਤਾ ਵਿੱਚ ਬਲ ਹੈ। ਜੇ ਚਾਰ ਲੱਕੜਾਂ ਨਹੀਂ ਟੁੱਟਦੀਆਂ, ਤੁਸੀਂ ਇਕੱਠੇ ਰਹੋਗੇ, ਤੁਹਾਨੂੰ ਕੋਈ ਤੋੜ ਨਹੀਂ ਸਕੇਗਾ। ਇਕੱਠੇ ਰਹੋਗੇ, ਤੁਹਾਨੂੰ ਕੋਈ ਦੁੱਖ ਨਹੀਂ ਤੋੜ ਸਕੇਗਾ। ਮਾਫ ਕਰਿਓ, ਇਹ ਕਹਾਣੀ ਹਕੀਕਤ ਵਿੱਚ ਨਹੀਂ ਵਾਪਰੀ, ਸਿਰਫ ਸਮਝਾਉਣ ਵਾਸਤੇ ਕਿ ਏਕਤਾ ਵਿੱਚ ਬਲ ਹੈ, ਤੇ ਕਹਾਣੀਕਾਰ ਨੂੰ ਕਹਾਣੀ ਕਹਾਣੀ ਪਈ। ਹੁਣ ਥੋੜਾ ਜਿਹਾ ਧਿਆਨ ਦਿਓ, ਨਿਤਨੇਮ ਦਾ ਕੀ ਅਰਥ ਹੈ? ਨਿਤਨੇਮ ਕਰਨ ਦਾ ਲਾਭ ਕੀ ਹੈ? ਰੋਜ਼ ਉੱਠ ਕੇ ਜਪਜੀ ਸਾਹਿਬ ਕਿਉਂ ਪੜ੍ਹਨਾ ਹੈ? ਉਹ ਸਿੱਖਾ, ਤੂੰ ਕਵੇਂ ਕਿ 38 ਪੌੜੀਆਂ ਨੇ, ਰੋਜ਼ ਹੀ ਕਿਉਂ ਪੜ੍ਹਨੀਆਂ ਨੇ? ਮੈਂ ਰੋਜ਼ ਰਹਿਰਾਸ ਦਾ ਪਾਠ ਕਿਉਂ ਕਰਾਂ? ਮੈਂ ਹਰ ਰੋਜ਼ ਸੌਣ ਵੇਲੇ ਸੋਹਿਲਾ ਸਾਹਿਬ ਦਾ ਜਾਪ ਕਿਉਂ ਕਰਾਂ? ਕੱਲ ਤੇ ਕੀਤਾ ਸੀ। ਉਹ ਸਿੱਖਾ, ਹਰ ਕਰਮ ਤੂੰ ਨਿਤਨੇਮ ਵਿੱਚ ਰੋਜ਼ ਕਰ ਰਿਹਾ, ਇਹ ਵੀ ਕਰਮ ਜੀਵਨ ਵਿੱਚ ਸ਼ਾਮਲ ਕਰ। ਜੇ ਰੋਜ਼ ਦੀ ਨੌਕਰੀ ਕਰਨ ਨਾਲ ਮਹੀਨੇ ਬਾਅਦ ਤੈਨੂੰ ਤਨਖਾਹ ਮਿਲਦੀ ਹੈ, ਰੋਜ਼ ਦਾ ਭੋਜਨ ਖਾਣ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ, ਭਲਿਆ ਰੋਜ਼ ਨੇਮ ਕਰਕੇ ਵੇਖ ਗੁਰੂ ਕੀ ਤੇਰੀ ਝੋਲੀ ਵਿੱਚ ਪਾਉਂਦਾ। ਰੋਜ਼ ਨੇਮ ਨਿਭਾ ਕੇ ਵੇਖ, ਕੈਸੀਆਂ ਬਰਕਤਾਂ ਤੇਰੇ ਘਰ ਪਰਿਵਾਰ, ਤੇਰੇ ਹਿਰਦੇ ਦੀ ਝੋਲੀ ਵਿੱਚ ਪੈਣਗੀਆਂ। ਇਹ ਨੇਮ ਕਰਕੇ ਵੇਖ। ਉਹ ਸੱਜਣ ਨੇ ਗਾਥਾ ਬੜੀ ਪਿਆਰੀ ਲਿਖੀ, ਭਗਤ ਮਹਲ ਵਿੱਚੋਂ ਸਾਖੀ ਚੁੱਕੀ ਤੇ ਨਾਮ ਰਸੀਏ ਸੱਜਣ ਸੁਣਾਇਆ ਕਰਦੇ ਸਨ। ਕਹਿੰਦੇ ਇੱਕ ਵਾਰ ਜਿੰਨੇ ਦੇਵਤੇ ਸੀ ਇਕੱਠੇ ਹੋ ਕੇ ਉਹਨਾਂ ਮੀਟਿੰਗ ਕੀਤੀ
ਤੇ ਮੀਟਿੰਗ ਵਿੱਚ ਉਹਨਾਂ ਇਹ ਗੱਲ ਵਿਚਾਰ ਕੀਤੀ ਕਿ ਲੋਕ ਹੁਣ ਸਾਡੀ ਪੂਜਾ ਕਰਨੋਂ ਹਟ ਗਏ। ਤੇ ਉਹਨਾਂ ਕਾਰਨ ਲੱਭਿਆ ਕਿਉਂ ਪੂਜਣ ਹਟ ਗਏ। ਕਾਰਨ ਇਹ ਨਜ਼ਰ ਆਇਆ ਲੋਕਾਂ ਕੋਲ ਅੰਨ ਤੇ ਧਨ ਬਹੁਤ ਹੋ ਗਿਆ, ਹੁਣ ਇਹਨਾਂ ਨੂੰ ਰੱਬ ਦਾ ਨਾਮ ਦੇਵਤਿਆਂ ਦੀ ਪੂਜਾ ਵਿਸਰ ਗਈ। ਇਹ ਸੱਚ ਹੈ, ਬੰਦੇ ਕੋਲ ਅੰਨ ਧਨ ਵੱਧ ਜਾਏ ਉਹਨੂੰ ਸੱਚਮੁੱਚ ਰੱਬ ਦੀ ਯਾਦ ਵਿਸਰ ਜਾਂਦੀ ਹੈ। ਦੇਵਤਿਆਂ ਮਤਾ ਪਾਸ ਕੀਤਾ, ਅੰਨ ਧਨ ਬਹੁਤ ਹੋ ਗਿਆ, ਇਸ ਲਈ ਦੇਵ ਪੂਜਾ ਘਟ ਗਈ। ਕੀ ਕਰੀਏ? ਉਹ ਕਹਿੰਦੇ ਇਹਨਾਂ ਕੋਲ ਅੰਨ ਘਟ ਜਾਏ, ਪੈਸਾ ਘਟ ਜਾਏ, ਗਰੀਬੀ ਆਏਗੀ, ਆਪੇ ਜਪਣਗੇ। ਗਰੀਬੀ ਕਿਵੇਂ ਲਿਆਈਏ? ਕਹਿੰਦੇ ਦੇਵਤਿਆਂ ਨੇ ਮੀਟਿੰਗ ਕਰਕੇ ਉਹਨਾਂ ਕਿਹਾ ਵੀ ਮੀਂਹ ਨਾ ਪਾਓ ਤੇ ਫਸਲਾਂ ਨਹੀਂ ਹੋਣਗੀਆਂ, ਸੁੱਕ ਜਾਣਗੀਆਂ, ਕਾਲ ਪੈ ਜਾਏਗਾ, 1 ਸਾਲ ਫਸਲ ਨਹੀਂ ਹੋਏਗੀ, 2 ਸਾਲ ਫਸਲ ਨਹੀਂ ਹੋਏਗੀ, ਲੋਕਾਂ ਦੇ ਘਰੋਂ ਅੰਨ ਵੀ ਘਟ ਜਾਏਗਾ, ਪੈਸਾ ਵੀ ਚਲਾ ਜਾਏਗਾ, ਆਪੇ ਹੀ ਪੂਜਾ ਕਰਨਗੇ। ਉਹਨੇ ਕਿਹਾ ਵੀ ਮੀਂਹ ਕਿਵੇਂ ਰੋਕੀਏ? ਤੇ ਕਹਿੰਦੇ ਦੇਵਤਿਆਂ ਦਾ ਡਿਪਾਰਟਮੈਂਟ, ਮੈਂ ਸਮਝਣ ਵਾਸਤੇ ਬੇਨਤੀ ਕਰ ਰਿਹਾ, ਹਕੀਕਤ ਵਿੱਚ ਨਾ ਜਾਣਿਓ, ਉਹਨਾਂ ਦੇ ਡਿਪਾਰਟਮੈਂਟ ਮੀਂਹ ਪਾਉਣਾ ਜਿਹੜਾ ਆ ਉਹ ਉਹਨਾਂ ਡਿਪਾਰਟਮੈਂਟ ਦਿੱਤਾ ਹੋਇਆ ਇੰਦਰ ਨੂੰ ਕਿ ਮੀਂਹ ਤੂੰ ਪਾਉਣਾ। ਜਦੋਂ ਮੀਂਹ ਦੀ ਲੋੜ ਹੋਵੇ ਇੰਦਰ ਨੂੰ ਕਹਿ ਦਿੰਦੇ ਨੇ, ਉਹ ਵਰਖਾ ਕਰ ਦਿੰਦਾ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜੋ ਸਾਨੂੰ ਉਪਦੇਸ਼ ਦਿੰਦੀ ਹੈ, ਉੱਥੇ ਸਾਹਿਬ ਕਹਿੰਦੇ ਉਹ ਸਭ ਕੁਝ ਇੱਕ ਪਰਮਾਤਮਾ ਦੇ ਹੱਥ ਹੈ, ਕਿਸੇ ਦੂਜੇ ਦੇ ਹੱਥ ਨਹੀਂ। ਉੱਥੇ ਸਾਹਿਬ ਨੇ ਇਹ ਵੀ ਗੱਲ ਕਹੀ ਕਿ ਉੱਠ ਉੱਠ ਦੇਖੇ ਬੱਪੜੇ, ਇਸ ਮੇਘੇ ਹੱਥ ਕਿਛ ਨਾਹੇ, ਜਿਨ ਇਹ ਮੇਘ ਪਠਾਇਆ ਤਿਸ ਰੱਖੋ ਮਨ ਮਾਹੇ। ਇਸ ਬੱਦਲ ਵੱਲ ਨਾ ਵੇਖ ਕੇ ਬੱਦਲ ਮੀਂਹ ਪਾਏਗਾ, ਜਿਹੜਾ ਰੱਬ ਬੱਦਲ ਪੈਦਾ ਕਰਦਾ ਉਹਨੂੰ ਚੇਤੇ ਰੱਖ, ਸਭ ਕੁਝ ਮਿਲ ਜਾਏਗਾ। ਮੀਂਹ ਪਿਆ ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ। ਪਰ ਤੁਸੀਂ ਕਹਾਣੀ ਵਿੱਚੋਂ ਅਰਥ ਸਮਝਿਓ। ਇੰਦਰ ਕਹਿੰਦਾ ਵੀ ਮੀਂਹ ਮੈਂ ਰੋਕ ਦਿੰਨਾ, ਪਰ ਕਿੰਨੇ ਚਿਰ ਲਈ? ਉਹ ਦੇਵਤੇ ਕਹਿੰਦੇ ਵੀ 5-4 ਸਾਲ ਮੀਂਹ ਰੋਕ ਦੇ, 5-4 ਸਾਲ ਨਹੀਂ ਪਏਗਾ, ਆਪੇ ਲੋਕ ਔਖੇ ਹੋ ਜਾਣੇ, ਫਿਰ ਪੂਜਾ ਕਰਨਗੇ। ਉਹ ਕਹਿੰਦਾ ਵੀ ਮੈਨੂੰ ਕਿਵੇਂ ਪਤਾ ਲੱਗੇਗਾ ਕਿ 5 ਸਾਲ ਹੋ ਗਏ? ਦੇਵਤਿਆਂ ਦਾ ਤੇ ਮਾਤ ਲੋਕ ਦੇ ਸਮੇਂ ਦਾ ਵੀ ਫਰਕ ਹੈ। ਮੈਨੂੰ ਕਿਵੇਂ ਪਤਾ ਲੱਗੇ ਕਿ 5 ਸਾਲ ਹੋ ਗਏ ਹੁਣ ਮੀਂਹ ਪਾਉਣਾ? ਤਾਂ ਉਹਨਾਂ ਫਿਰ ਦੇਵਤਿਆਂ ਨੇ ਕਹਿੰਦੇ ਸਮਝਣ ਵਾਸਤੇ ਡਿਊਟੀ ਲਾਈ, ਤੇ ਸ਼ਿਵ ਨੂੰ ਕਹਿੰਦੇ ਨੇ, ਸ਼ਿਵ ਦੀ ਮਹੇਸ਼ ਨੂੰ ਕਹਿੰਦੇ ਜੀ ਅੱਜ ਜਦੋਂ 5 ਸਾਲ ਹੋ ਗਏ ਤੁਹਾਨੂੰ ਤੇ ਪਤਾ ਲੱਗ ਹੀ ਜਾਣਾ, ਤੇ ਤੁਸੀਂ ਜਿਹੜਾ ਕੋਲ ਸ਼ੰਖ ਰੱਖਿਆ ਹੋਇਆ ਨਾ, ਜਿਹੜਾ ਰੋਜ਼ ਵਜਾਉਂਦੇ ਹੋ, ਸਾਰੀਆਂ ਪੁਰੀਆਂ ਵਿੱਚ ਸੁਣਦਾ, ਸ਼ੰਖ ਵਜਾ ਦਿਓ, ਇੰਦਰ ਨੂੰ ਪਤਾ ਲੱਗ ਜਾਏਗਾ, ਉਹ ਮੀਂਹ ਪਾ ਦੇਗਾ। ਆਪਸ ਵਿੱਚ ਕਮਿਟਮੈਂਟ ਹੋ ਗਈ, ਮੀਂਹ ਰੁਕ ਗਿਆ। 1 ਸਾਲ ਕਾਲ ਪਿਆ, 2 ਸਾਲ ਕਾਲ ਪਿਆ, ਲੋਕ ਔਖੇ ਹੋ ਗਏ। ਜਦੋਂ 3 ਸਾਲ ਲੰਘ ਰਿਹਾ ਸੀ, ਜੇਠ ਹਾੜ ਦੀਆਂ ਤਪਦੀਆਂ ਧੁੱਪਾਂ ਨੇ ਲੋਕਾਂ ਦੇ ਕਾਲ ਪੈ ਗਿਆ, ਘਰੋਂ ਵਿੱਚੋਂ ਅੰਨ ਦਾਣਾ ਮੁੱਕ ਗਿਆ। ਤੇ ਇੱਕ ਕਿਸਾਨ ਬਜ਼ੁਰਗ ਬੰਦਾ, ਉਹਨੇ ਤਪਦੀ ਹੋਈ ਹਾੜ ਦੀ ਧੁੱਪ ਹੈ, ਉਹਨੇ ਆਪਣੇ ਬਲਦ ਖੋਲੇ, ਪੰਜਾਲੀ ਗਲ ਵਿੱਚ ਪਾਈ, ਹਲ ਜੋੜਿਆ ਤੇ ਖੇਤਾਂ ਵਿੱਚ ਆ ਕੇ ਖੇਤ ਬਾਣ ਲੱਗ ਗਿਆ। ਸੁੱਕਾ ਹੀ ਖੇਤ ਬਾਉਂਦਾ। ਦੇਖਣ ਵਾਲੇ ਲੰਘਦੇ ਨੇ ਤੇ ਬਜ਼ੁਰਗ ਨੂੰ ਮੂਰਖ ਕਹਿ ਕੇ ਗੁਜ਼ਰ ਜਾਂਦੇ ਨੇ। ਨਾ ਕਿਸੇ ਪਾਸਿਓਂ ਮੀਂਹ ਦਾ ਉਹਾਨ ਹੈ, ਤਪਦੀ ਧੁੱਪ ਹੈ, 3 ਸਾਲ ਹੋ ਗਏ ਕਾਲ ਪਏ ਨੂੰ, ਅਜੇ ਪਤਾ ਨਹੀਂ ਮੀਂਹ ਕਦੋਂ ਪੈਣਾ। ਉਹ ਬਜ਼ੁਰਗਾਂ ਹਾਲ ਮੀਂਹ ਪਏ ਤੇ ਬਾਈ ਦੇ, ਸੁੱਕੀ ਧਰਤੀ ਬਾਣ ਨਾਲ ਕੁਝ ਨਹੀਂ ਮਿਲੇਗਾ। ਲੋਕ ਮੂਰਖ ਕਹਿ ਕੇ ਲੰਘਦੇ ਰਹੇ। ਇਹ ਤਮਾਸ਼ਾ ਸ਼ਿਵ ਜੀ ਮਹੇਸ਼ ਤੇ ਉਹਦੇ ਘਰ ਵਾਲੀ ਪਾਰਵਤੀ ਨੇ ਵੇਖਿਆ, ਤੇ ਪਾਰਵਤੀ ਕਹਿੰਦੀ ਜੀ ਮੈਂ ਤੇ ਪੁੱਛ ਕੇ ਰਵਾਂਗੀ, ਕੈਸਾ ਮੂਰਖ ਇਨਸਾਨ ਹੈ, ਕੱਲ ਵੀ ਬੌਂਦਾ ਸੀ, ਅੱਜ ਵੀ ਹਲ ਬੌਂਦਾ, ਤੇ ਸੁੱਕੀ ਧਰਤੀ ਬੌਣ ਦਾ ਲਾਭ ਕੀ ਹੈ? ਜਿੰਨੀ ਦੇਰ ਮੀਂਹ ਨਹੀਂ ਪਏਗਾ ਫਸਲ ਨਹੀਂ ਹੋਏਗੀ। ਤੇ ਪਾਰਵਤੀ ਆ ਕੇ ਪੁੱਛਦੀ ਹੈ ਬਜ਼ੁਰਗਾ, ਇਹ ਹਲ ਕਿਉਂ ਬੋਨਾ? ਰੂਪ ਧਾਰਨ ਕਰਕੇ ਪੁੱਛਿਆ ਹਲ ਕਿਉਂ ਬੋਨਾ? ਉਹ ਕਹਿੰਦੇ ਵੇ ਹਲ ਇੱਕ ਖੇਤਾਂ ਨੂੰ ਬਾਹ ਰਹੇ ਹੈ, ਇੱਥੇ ਫਸਲ ਹੋਏਗੀ। ਤੇ ਉਹਨੇ ਸਵਾਲ ਕੀਤਾ, ਬਜ਼ੁਰਗਾ ਮੀਂਹ ਪਿਆ ਸਾਲ ਗੁਜ਼ਰ ਗਏ, ਇੰਜ ਲੱਗਦਾ ਮੁੱਦਤਾਂ ਲੰਘ ਗਈਆਂ ਨੇ, ਸੁੱਕੀ ਧਰਤੀ ਹੈ ਪੱਥਰ ਵਰਗੀ ਕਠਰਾਲੀ, ਜੇ ਤੂੰ ਸੁੱਕੀ ਧਰਤੀ ਵਿੱਚ ਹਲ ਬਾਹ ਰਿਹਾ, ਇੱਥੇ ਕੋਈ ਵੀ ਫਸਲ ਹੋਣ ਵਾਲੀ ਨਹੀਂ ਜਿੰਨੀ ਦੇਰ ਮੀਂਹ ਨਹੀਂ ਪੈਂਦਾ। ਅਜੇ ਪਤਾ ਨਹੀਂ ਕਿੰਨੇ ਸਾਲ ਮੀਂਹ ਹੋਰ ਨਾ ਪਵੇ। ਬਜ਼ੁਰਗਾ ਧਰਤੀ ਗਿੱਲੀ ਹੋਵੇ ਤੇ ਹਲ ਬਾਹੀਦਾ, ਆ ਸੁੱਕੀ ਧਰਤੀ ਵਿੱਚ ਹਲ ਦਾ ਕੀ ਫਾਇਦਾ? ਆਪ ਵੀ ਧੁੱਪ ਵਿੱਚ ਸੜਦੇ, ਆਪਣੇ ਬਲਦਾਂ ਨੂੰ ਵੀ ਦੁਖੀ ਕਰ ਰਹੇ, ਕਿਉਂ ਹਲ ਬਾਹੁੰਦੇ? ਬਜ਼ੁਰਗ ਨੇ ਜਵਾਬ ਦਿੱਤਾ, ਪੁੱਛਣ ਵਾਲਿਆ ਮੈਂ ਹਲ ਪਤਾ ਕਿਉਂ ਬਾਹੁੰਦੇ?
ਮੀਂਹ ਪਵੇ ਨਾ ਪਵੇ, 3 ਸਾਲ ਹੋ ਗਏ ਮੀਂਹ ਨਹੀਂ ਪਿਆ, ਭਾਵੇਂ 10 ਸਾਲ ਹੋਰ ਨਾ ਪਵੇ, ਪਰ ਮੈਂ ਹਲ ਬਾਣੋਂ ਨਹੀਂ ਹਟਾਂਗਾ, ਹਰ ਦੂਜੇ ਚੌਥੇ ਹਲ ਜ਼ਰੂਰ ਵਾਵਾਂਗਾ। ਉਹ ਪੁੱਛਣ ਵਾਲੀ ਉਸ ਪਾਰਵਤੀ ਨੇ ਪੁੱਛਿਆ, ਬਜ਼ੁਰਗਾ ਕਿਉਂ? ਤੇ ਜਵਾਬ ਪਤਾ ਕੀ ਸੀ? ਉਹ ਕਹਿੰਦਾ ਇਸ ਲਈ ਕਿ ਮੀਂਹ ਭਾਵੇਂ 12 ਸਾਲ ਨਾ ਪਵੇ, ਜੇ ਮੈਂ ਹਲ ਨਾ ਵਾਹਿਆ, ਕਿਤੇ ਮੈਨੂੰ ਹਲ ਵਾਹਣਾ ਨਾ ਭੁੱਲ ਜਾਏ, ਮੇਰੇ ਬਲਦਾਂ ਨੂੰ ਹਲ ਵਾਹਣਾ ਨਾ ਭੁੱਲ ਜਾਏ। ਇਹ ਭੁੱਲ ਨਾ ਜਾਣ, ਜਿੱਦਣ ਮੀਂਹ ਪੈ ਗਿਆ ਉਦਣ ਵੀ ਵਾਹ ਲਾਂਗੇ, ਅਭਿਆਸ ਤੇ ਕਰੀਏ, ਭੁੱਲ ਹੀ ਨਾ ਜਾਵੇ ਕਿਤੇ। 12 ਸਾਲਾਂ ਬਾਅਦ 10 ਸਾਲ ਜਿੱਦਣ ਮੀਂਹ ਪਏਗਾ ਉਦਣ ਬਲਦ ਜੋੜਾਂਗਾ, ਇਹ ਭੁੱਲ ਜਾਣਗੇ ਹਲ ਵਾਹੁਣਾ, ਪੰਜਾਲੀ 'ਚ ਤੁਰਨਾ ਭੁੱਲ ਜਾਣਗੇ, ਮੈਨੂੰ ਹਲ ਵਾਹਣਾ ਵਿਸਰ ਜਾਏਗਾ। ਇਸ ਲਈ ਮੈਂ ਆਪਣਾ ਕਰਮ ਨਹੀਂ ਛੱਡਾਂਗਾ, ਮੀਂਹ ਬੇਸ਼ੱਕ ਨਾ ਪਵੇ। ਇੰਨੀ ਗੱਲ ਸੁਣ ਕੇ ਪਾਰਵਤੀ ਗਈ, ਉਹਨੇ ਜਾ ਕੇ ਸ਼ਿਵ ਭੋਲੇ ਨੂੰ ਕਹਿੰਦੀ, ਮਹਾਰਾਜ ਗੱਲ ਸੁਣੋ, ਇਹ ਸ਼ਿਵ ਜੀ ਮਹਾਰਾਜ ਉਹ ਬਜ਼ੁਰਗ ਹਲ ਪਤਾ ਕਿਉਂ ਵਾਹੁੰਦਾ? ਉਹ ਕਹਿੰਦਾ ਕਿਉਂ ਵਾਹੁੰਦਾ? ਕਹਿੰਦੀ ਬਜ਼ੁਰਗ ਨੇ ਇਹ ਜਵਾਬ ਦਿੱਤਾ, ਕਿਤੇ ਬਲਦ ਭੁੱਲ ਨਾ ਜਾਣ, ਕਿਤੇ ਮੈਨੂੰ ਹਲ ਵਾਹੁਣਾ ਨਾ ਭੁੱਲ ਜਾਏ, ਮੀਂਹ ਬੇਸ਼ੱਕ 12 ਸਾਲ ਨਾ ਪਵੇ, ਪਰ ਮੈਂ ਹਲ ਵਾਹੁਣੋਂ ਨਹੀਂ ਹਟਣਾ, ਅਭਿਆਸ ਛੱਡ ਦਿੱਤਾ ਤੇ ਭੁੱਲ ਜਾਵਾਂਗਾ। ਤੇ ਹੱਥ ਜੋੜ ਕੇ ਕਹਿੰਦੀ, ਸ਼ਿਵ ਮਹਾਰਾਜ ਆ 3-4 ਸਾਲ ਹੋ ਗਏ ਸ਼ੰਖ ਨਹੀਂ ਵਜਾਇਆ, ਤੁਹਾਨੂੰ ਨਾ ਭੁੱਲ ਜਾਏ, ਕਿਤੇ ਵਜਾ ਕੇ ਤੇ ਵੇਖ ਲਓ। ਉਹਨੇ ਕਿਹਾ ਗੱਲ ਤੇ ਠੀਕ ਹੈ। ਜਦੋਂ ਉਹਨੇ ਸ਼ੰਖ ਵਜਾਇਆ, ਆਵਾਜ਼ ਪੁਰੀਆਂ ਵਿੱਚ ਫੈਲੀ, ਇੱਕਦਮ ਇੰਦਰ ਨੇ ਸੋਚਿਆ ਵੀ ਸਮਾਂ ਹੋ ਗਿਆ, ਇੰਨੇ ਸਾਲ ਹੋ ਗਏ, ਬਸ ਸ਼ੰਖ ਵੱਜਣ ਦੀ ਦੇਰ ਸੀ, ਮੋੜੇ ਧਾਰ ਵਰਖਾ ਸ਼ੁਰੂ ਹੋ ਗਈ। ਇਸ ਗੱਲ ਚੋਂ ਹੁਣ ਕਹਾਣੀ ਚੋਂ ਅਰ ਸਮਝਿਓ ਸਿੱਖੋ, ਕੋਈ ਸਿੱਖ ਕਹੇ ਰੋਜ਼ ਨਿਤਨੇਮ ਦਾ ਕੀ ਲਾਭ ਹੈ? ਉਹ ਸਿੱਖਾ ਤੂੰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਪੜ੍ਹੀ ਚੱਲ, ਭਾਵੇਂ ਤੈਨੂੰ ਰਸ ਅਜੇ ਬਣੇ ਨਾ ਬਣੇ, ਤੈਨੂੰ ਅਰਥ ਸਮਝ ਆਉਣ ਜਾਂ ਨਾ ਆਉਣ, ਰੋਜ਼ ਉੱਠ ਕੇ ਗੁਰੂ ਦਾ ਨੇਮ ਨਿਭਾਈ ਚੱਲ। ਜਿਹੜੇ ਨੇਮ ਵਾਲੇ ਨੇ ਉਹ 12-12 ਸਾਲਾਂ ਦੇ ਸ਼ੰਖ ਵਜਾ ਦਿੰਦੇ, ਇਹ ਸੱਚ ਹੈ। ਜਿਹੜੇ ਨੇਮ ਨਿਭਾਉਂਦੇ ਉਹਨਾਂ ਦੇ ਘਰ ਵਿੱਚ ਵਰਖਾ ਜ਼ਰੂਰ ਹੁੰਦੀ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ